हाँ जी प्यारे साथियों, सत श्री अकाल सारिਆਂ ਨੂੰ ਤੇ ਆਪਾਂ ਪਹੁੰਚ ਚੁੱਕੇ ਹਾਂ 9ਵੇਂ ਚੈਪਟਰ ਤੇ। ਇਸ ਤੋਂ ਪਹਿਲਾਂ ਆਪਾਂ 8 ਚੈਪਟਰ ਜਿਹੜੇ ਕਵਰ ਕਰ ਚੁੱਕੇ ਹਾਂ। ਆਪਾਂ 7ਵੀਂ ਕਲਾਸ ਦੀ ਜਿਓਗ੍ਰਾਫੀ ਕਰਦੇ ਪਏ ਆ, ਠੀਕ ਆ। ਤੇ ਜਿਹੜਾ ਆਪਣਾ 8ਵਾਂ ਚੈਪਟਰ ਠੀਕ ਆ, ਜਿਹੜਾ ਆਪਣਾ 9ਵਾਂ ਚੈਪਟਰ ਚੱਲਦਾ ਪਿਆ ਵਾ, ਜਿਹੜਾ ਆਪਣਾ 8ਵਾਂ ਚੈਪਟਰ ਉਹ ਆਪਣਾ ਕੰਪਲੀਟ ਹੋ ਗਿਆ, ਜਿਹਦੇ ਵਿੱਚ ਆਪਾਂ ਐਮਾਜ਼ੋਨ ਬੇਸਿਨ में जीवन, गंगा ब्रह्मपुत्र बेसिन में जीवन बहुत ही ਬਰੀਕੀ ਦੇ ਨਾਲ ਜਿਹੜਾ ਵਾ ਆਪਾਂ ਉਸ ਚੈਪਟਰ ਨੂੰ ਪੜ੍ਹਿਆ। ਇਹ ਆਪਣਾ ਲਾਸਟ ਚੈਪਟਰ ਆ, ਠੀਕ ਆ। 9ਵਾਂ ਚੈਪਟਰ ਜਿਹੜਾ ਵੈਸੇ ਤਾਂ ਨਾ ਜਿਹੜੀ ਪੁਰਾਣੀ NCERT ਆ ਉਹਦੇ ਤੇ 10 ਚੈਪਟਰ ਆ, ਠੀਕ ਆ। ਜਿਓਗ੍ਰਾਫੀ ਦੇ 10 ਚੈਪਟਰ ਆ, ਠੀਕ ਆ। ਤੇ ਜਿਹੜੀ ਨਵੀਂ NCERT ਆਈ ਆ ਉਹਦੇ ਵਿੱਚ 8 ਚੈਪਟਰ ਆ ਜਿਓਗ੍ਰਾਫੀ ਦੇ, ਕਿਉਂਕਿ ਇਹਨਾਂ ਨੇ ਕਰੋਨਾ ਟਾਈਮ ਤੇ 2 ਚੈਪਟਰ ਜਿਹੜੇ ਹੀ ਇਹਨਾਂ ਨੇ ਕੱਟ ਦਿੱਤੇ ਸੀ, ਠੀਕ ਆ। ਤੇ ਪਰ ਜਿਹੜੀ ਮੇਰੇ ਕੋਲ ਬੁੱਕ ਆ ਉੱਥੇ ਟੋਟਲ 9 ਚੈਪਟਰ ਆ ਤੇ 10ਵਾਂ ਚੈਪਟਰ ਜਿਹੜਾ ਵਾ ਉਹ ਨਹੀਂ ਹੈਗਾ। ਕੋਈ ਗੱਲ ਨਹੀਂ, ਦੇਖ ਕੇ ਉਹਦੇ ਬਾਰੇ ਵੀ ਆਪਾਂ ਡਿਸਕਸ ਕਰ ਲਾਂਗੇ। ਫਿਲਹਾਲ ਜਿਹੜੀ ਆਪਣੀ ਇਹ ਵਾਲੀ ਬੁੱਕ ਆ, ਮਤਲਬ ਇੰਨਾ ਹੀ ਕੰਟੈਂਟ ਜਿਹੜਾ ਵਾ ਬਹੁਤ ਜ਼ਿਆਦਾ ਵਾ। ਜੇ ਇਹੋ ਹੀ ਮੇਰੀਆਂ ਕਲਾਸਾਂ ਤੁਸੀਂ ਚੰਗੀ ਤਰ੍ਹਾਂ ਦੇਖੀਆਂ ਹੋਣਗੀਆਂ ਤੇ ਤਾਂ ਵੀ ਕੰਟੈਂਟ ਜਿਹੜਾ ਵਾ ਬਹੁਤ ਵਧੀਆ ਵਾ, ਠੀਕ ਆ। ਜਿਹੜਾ ਸਾਡਾ 9ਵਾਂ ਚੈਪਟਰ ਆ ਉਹ ਹੈਗਾ ਵਾ ਰੇਗਿਸਤਾਨ में जीवन। ਹੁਣ ਜਦੋਂ ਅਸੀਂ ਰੇਗਿਸਤਾਨ ਸ਼ਬਦ ਜਿਹੜਾ ਸੁਣਦੇ ਆ ਤੇ ਰੇਗਿਸਤਾਨ ਸ਼ਬਦ ਜਦੋਂ ਵੀ ਸਾਡੀ ਜ਼ੁਬਾਨ ਤੇ ਆਉਂਦਾ ਤੇ ਸਾਨੂੰ ਲੱਗਦਾ ਕੋਈ ਰੇਤਾ ਵਾਲਾ ਇਲਾਕਾ ਜਾਂ ਕੋਈ ਗਰਮ ਇਲਾਕਾ ਜਾਂ ਠੀਕ ਆ। ਪਰ ਐਕਚੁਅਲੀ ਕੀ ਆ ਕਿ ਰੇਗਿਸਤਾਨ ਸਿਰਫ ਗਰਮ ਹੀ ਹੁੰਦਾ ਵਾ ਜਾਂ ਉਹ ਇਕੱਲੇ ਰੇਤਾ ਵਾਲਾ ਹੀ ਥਾਂ ਹੁੰਦਾ? ਨਹੀਂ, ਜਿਹੜਾ ਰੇਗਿਸਤਾਨ ਆ ਇਹ 2 ਤਰ੍ਹਾਂ ਦਾ ਹੋ ਸਕਦਾ, ਠੀਕ ਆ। ਠੰਡਾ ਵੀ ਤੇ ਗਰਮ ਵੀ, ਠੀਕ ਆ। ਸਾਡੇ ਦੇਸ਼ ਦੇ ਵਿੱਚ ਠੰਡਾ ਰੇਗਿਸਤਾਨ ਵੀ ਹੈਗਾ ਤੇ ਗਰਮ ਵੀ ਹੈਗਾ, ਠੀਕ ਆ। ਪਰ ਸਭ ਤੋਂ ਪਹਿਲਾਂ ਆਪਾਂ ਵਿਸ਼ਵ ਦਾ ਜਿਹੜਾ ਸਭ ਤੋਂ ਵੱਡਾ ਰੇਗਿਸਤਾਨ ਆ ਸਹਾਰਾ ਰੇਗਿਸਤਾਨ, ਜਿਹਨੂੰ ਅਸੀਂ ਸਹਾਰਾ ਮਾਰੂਥਲ ਵੀ ਕਹਿ ਦਿੰਦੇ ਆ, ਇਹਨੂੰ ਅਸੀਂ ਸਹਾਰਾ ਮਾਰੂਥਲ ਵੀ ਕਹਿ ਦਿੰਦੇ ਆ, ਠੀਕ ਆ। ਸਹਾਰਾ ਮਾਰੂਥਲ ਵੀ ਇਹਨੂੰ ਅਸੀਂ ਕਹਿ ਦਿੰਦੇ ਆ, ਜਾਂ ਅਸੀਂ ਇਹਨੂੰ ਸਹਾਰਾ ਰੇਗਿਸਤਾਨ ਵੀ ਕਹਿ ਦਿੰਦੇ ਆ, ਠੀਕ ਹੈ। ਜਿਹੜਾ ਗਰਮ ਰੇਗਿਸਤਾਨ ਆ ਸਭ ਤੋਂ ਜ਼ਿਆਦਾ ਉਹ ਸਹਾਰਾ ਰੇਗਿਸਤਾਨ ਆ। ਉੱਤਰੀ ਅਫਰੀਕਾ ਦੇ ਵੱਡੇ ਭੂ-ਭਾਗ ਤੇ ਫੈਲਿਆ ਹੋਇਆ ਹੈ। ਪੂਰੇ ਵਿਸ਼ਵ ਦਾ ਸਭ ਤੋਂ ਵੱਡਾ ਰੇਗਿਸਤਾਨ ਆ ਕਿਹੜਾ? ਸਹਾਰਾ ਰੇਗਿਸਤਾਨ, ਠੀਕ ਹੈ। ਜਿਹੜਾ ਸਹਾਰਾ ਰੇਗਿਸਤਾਨ ਆ ਕਿੱਥੇ ਫੈਲਿਆ? ਯਾਦ ਰੱਖਣਾ, ਉੱਤਰੀ ਅਫਰੀਕਾ, ਠੀਕ ਆ। ਉੱਤਰੀ ਅਫਰੀਕਾ ਦੇ ਵੱਡੇ ਭੂ-ਭਾਗ ਤੇ ਜਿਹੜਾ ਵਾ ਇਹ ਫੈਲਿਆ ਵਾ, ਠੀਕ ਆ। ਤੇ ਪੂਰੇ ਵਿਸ਼ਵ ਦਾ ਸਭ ਤੋਂ ਵੱਡਾ ਰੇਗਿਸਤਾਨ ਆ, ਠੀਕ ਆ, ਵਰਲਡ ਲੈਵਲ ਤੇ। ਇਹਨੂੰ ਤੁਸੀਂ ਯਾਦ ਰੱਖਣਾ, ਠੀਕ ਆ। ਉਸ ਤੋਂ ਬਾਅਦ ਆਪਾਂ ਇਹਦੇ ਵਰਗ ਕਿਲੋਮੀਟਰ ਦੀ ਗੱਲ ਕਰਾਂਗੇ। 8.54 ਲੱਖ ਵਰਗ ਕਿਲੋਮੀਟਰ ਦੇ ਵਿੱਚ ਇਹ ਫੈਲਿਆ ਵਾ, ਠੀਕ ਆ। 8.54 ਲੱਖ ਵਰਗ ਕਿਲੋਮੀਟਰ ਦੇ ਵਿੱਚ ਇਹ ਫੈਲਿਆ, ਠੀਕ ਆ। ਉਸ ਤੋਂ ਬਾਅਦ ਗੱਲ ਕਰਾਂਗੇ ਵੀ ਕਿੰਨੇ ਦੇਸ਼ਾਂ ਨੂੰ ਕਵਰ ਕਰਦਾ ਵਾ ਸਹਾਰਾ ਰੇਗਿਸਤਾਨ। ਟੋਟਲ 11 ਦੇਸ਼, ਠੀਕ ਆ। ਟੋਟਲ 11 ਦੇਸ਼ ਜਿਹੜੇ ਆ ਸਹਾਰਾ ਰੇਗਿਸਤਾਨ ਦੀ ਬਾਉਂਡਰੀ ਦੇ ਵਿੱਚ ਆਉਂਦੇ ਆ, ਠੀਕ ਆ। ਕਿਹੜੇ ਕਿਹੜੇ? ਹੁਣ ਏਦਾਂ ਦੇ ਦੇਸ਼ਾਂ ਦੇ ਨਾਮ ਆ ਜਿਹੜੇ ਤੁਸੀਂ ਪਹਿਲੀ ਵਾਰੀ ਸੁਣੇ ਹੋਣਗੇ, ਠੀਕ ਆ। ਨਾਮ ਵੀ ਜਿਹੜੇ ਕਾਫੀ ਔਖੇ ਨੇ, ਠੀਕ ਆ। ਅਲਜੀਰੀਆ ਹੋ ਗਿਆ, ਚਾਡ, ਮਿਰਤਰ, ਹਿੰਦੀ ਦੇ ਵਿੱਚ ਇਸ ਤਰੀਕੇ ਦੇ ਨਾਲ ਲਿਖਿਆ, ਠੀਕ ਆ। ਅਲਜੀਰੀਆ, ਚਾਡ, ਮਿਰਤਰ, ਠੀਕ ਆ। ਲੀਬੀਆ, ਮਾਲੀ, ਮੌਰੀਤਾਨੀਆ, मोराको, नाइजर, सुडान, ट्यूनेशिया ते पश्चिमी सहारा। वैसे घट चांस आ कि मतलब ਇਹ ਕਿੰਨੇ ਕਿਹੜੇ ਦੇਸ਼ਾਂ ਦੇ ਵਿੱਚ ਫੈਲਿਆ ਵਾ। ਇਹੋ ਜੇ ਬਰੀਕੀਆਂ ਜਿਹੜੀਆਂ UPSC ਲੈਵਲ ਤੇ ਪੁੱਛੀਆਂ ਜਾਂਦੀਆਂ ਵਾ। ਪਰ ਆਪਾਂ ਨੂੰ ਤੁਸੀਂ ਇੰਨਾ ਕੁ ਜ਼ਰੂਰ ਯਾਦ ਰੱਖ ਲਿਓ ਵੀ ਸਹਾਰਾ ਰੇਗਿਸਤਾਨ ਜਿਹੜਾ ਵਾ 11 ਦੇਸ਼ਾਂ ਦੇ ਵਿੱਚ ਫੈਲਿਆ ਵਾ। ਤੇ ਇਹ ਤੁਹਾਡੇ ਤੇ ਡਿਪੈਂਡ ਆ, ਜੇ ਤੁਸੀਂ ਦੇਸ਼ਾਂ ਦੇ ਨਾਮ ਵੀ ਯਾਦ ਰੱਖਣੇ ਰੱਖ ਲਓ, ਕਿਉਂਕਿ ਜਦੋਂ ਕਨਸੈਪਟ ਪੜ੍ਹਨੀ ਲੱਗ ਗਏ ਤੇ ਉਹਨੂੰ ਚੰਗੀ ਤਰ੍ਹਾਂ ਫੜ ਕੇ ਇੱਕ ਵਾਰੀ ਪੂਰਾ ਬਰੀਕੀ ਦੇ ਨਾਲ ਕੀ ਕਹਿੰਦੇ ਹੁੰਦੇ ਆ ਉਧੇੜ ਦੋ, ਠੀਕ ਆ। ਤੇ ਇਹ ਤੁਹਾਡੇ ਤੇ ਡਿਪੈਂਡ ਕਰਦਾ ਕਿ ਤੁਸੀਂ ਦੇਸ਼ਾਂ ਦੇ ਨਾਮ ਯਾਦ ਰੱਖਣੇ ਜਾਂ ਨਹੀਂ, ਠੀਕ ਆ। ਇਸ ਤੋਂ ਬਾਅਦ ਅੱਗੇ ਗੱਲ ਕਰਦੇ ਆ ਕਿ ਸਹਾਰਾ ਰੇਗਿਸਤਾਨ ਦੇ ਬਾਰੇ ਹੋਰ ਕਿਹੜੀਆਂ ਗੱਲਾਂ ਇਹਨਾਂ ਨੇ ਲਿਖੀਆਂ ਇਹਦੇ ਵਿੱਚ। ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਕਿ ਜਿਹੜਾ ਸਾਡਾ ਇਹ ਸਹਾਰਾ ਰੇਗਿਸਤਾਨ ਆ, ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਕੀ ਇੱਥੇ ਇਕੱਲੀ ਰੇਤ ਹੀ ਆ, ਹਨਾ। ਕਿਉਂਕਿ ਜਦੋਂ ਆਪਾਂ ਗੱਲ ਕਰ ਰਹੇ ਹਾਂ ਵੀ ਇਹ ਸਭ ਤੋਂ ਗਰਮ ਰੇਗਿਸਤਾਨ ਆ, ਨਹੀਂ, ਗਰਮ ਤਾਂ ਹੈਗਾ ਹੀ ਹੈਗਾ, ਉਹ ਸਾਨੂੰ ਪਤਾ। ਪਰ ਸਾਡੇ ਮਨ ਦੇ ਵਿੱਚ ਆਉਂਦਾ ਵਾ ਵੀ ਜੇ ਇਹ ਸਹਾਰਾ ਰੇਗਿਸਤਾਨ ਗਰਮ ਆ ਤੇ ਉੱਥੇ ਰੇਤਾ ਹੋਊਗੀ? ਨਹੀਂ, ਵੇਖੋ ਇੱਥੇ ਰੇਤਾ ਤਾਂ ਹੋਊਗੀ, ਨਾਲ ਇਹ ਕਹਿੰਦੇ ਆ
ਇਹ ਪਰਤਾਂ ਵਿੱਚ ਵੀ ਢੱਕਿਆ ਹੋਇਆ, ਯਾਨੀ ਕਿ ਪਰਤਾਂ ਦੀਆਂ ਮਿਲਦੀਆਂ, ਰੇਤਾ ਦੀਆਂ ਪਰਤਾਂ ਬਣੀਆਂ ਹੋਈਆਂ ਇੱਥੇ, ਨਾਲ ਹੀ ਜਿਹੜੀ ਚਟਾਨੀ ਸਤ੍ਹਾ ਤੇ ਪਠਾਰ ਵੀ ਮਿਲਦੇ ਹਨ। ਇਹ ਚਟਾਨੀ ਸਤ੍ਹਾ 2500 ਮੀਟਰ ਉੱਚੀ ਹੋ ਸਕਦੀ ਹੈ। ਇੱਥੇ ਮੈਂ ਤੁਹਾਨੂੰ ਦਿਖਾਉਣੀ ਆ, ਠੀਕ ਹੈ। ਇਹਨਾਂ ਨੇ ਇੱਥੇ ਆਹ ਦੇਖੋ ਫੋਟੋ ਵੀ ਦਿੱਤੀ ਹੋਈ ਆ ਇਸ ਤਰ੍ਹਾਂ ਦੇ ਪਠਾਰ, ਯਾਨੀ ਕਿ ਆ ਜਿਹੜਾ ਕੀ ਆ, ਜਿਹੜੀ ਇਹਦੀ ਮੈਦਾਨੀ ਸਤ੍ਹਾ ਵਾ ਤੇ ਨਾਲ ਹੀ ਇਹਦੇ ਪਠਾਰ ਵੀ ਮਿਲਦੇ ਆ, ਠੀਕ ਆ। ਪਰਤਾਂ ਦੇ ਵਿੱਚ ਜਿਹੜਾ ਵਾ ਇਹ ਢੱਕਿਆ ਹੋਇਆ ਵਾ, ਠੀਕ ਆ। ਇਹ ਚੀਜ਼ ਯਾਦ ਰੱਖਣੀ ਹੈ। ਫਿਰ ਕਹਿੰਦੇ ਇੱਥੋਂ ਦੀਆਂ ਨਦੀਆਂ, ਕਿੱਥੋਂ ਦੀਆਂ ਨਦੀਆਂ? ਸਹਾਰਾ ਰੇਗਿਸਤਾਨ ਦੀਆਂ ਜਿਹੜੀਆਂ ਨਦੀਆਂ ਵਾ, ਇਹਨਾਂ ਨਦੀਆਂ ਵਿੱਚ ਕੀ ਪਾਏ ਜਾਂਦੇ ਆ? ਮਗਰਮੱਛ ਪਾਏ ਜਾਂਦੇ ਆ, ਠੀਕ ਹੈ। ਇਹ ਚੀਜ਼ ਯਾਦ ਰੱਖਣੀ। ਇਸ ਤੋਂ ਇਲਾਵਾ ਹਾਥੀ, ਸ਼ੇਰ, ਜਿਰਾਫ, ਸ਼ਤਰਮੁਰਗ, ਭੇਡ, ਬੱਕਰੀਆਂ, ਠੀਕ ਆ। ਇਹ ਜਿਹੜੇ ਜਾਨਵਰ ਆ ਸਹਾਰਾ ਰੇਗਿਸਤਾਨ ਦੇ ਵਿੱਚ ਪਾਏ ਜਾਂਦੇ ਆ। ਹਾਥੀ, ਸ਼ੇਰ, ਜਿਰਾਫ, ਸ਼ਤਰਮੁਰਗ, ਭੇਡ ਤੇ ਬੱਕਰੀ, ਇਹ ਜਾਨਵਰ ਜਿਹੜੇ ਨੇ ਇੱਥੇ ਪਾਏ ਜਾਂਦੇ ਨੇ। ਹੁਣ ਕੀ ਹੁੰਦਾ ਵਾ ਕਿ ਕਹਿੰਦੇ ਕਿ ਜਿਵੇਂ ਜਿਵੇਂ ਸਮਾਂ ਬਦਲ ਰਿਹਾ, ਜਿਹੜਾ ਸਹਾਰਾ ਰੇਗਿਸਤਾਨ ਉਹ ਬਹੁਤ ਹੀ ਜ਼ਿਆਦਾ ਹਰਿਆ ਭਰਿਆ ਸੀ, ਹਨਾ। ਪਰ ਕਹਿੰਦੇ ਕਿ ਹੌਲੀ ਹੌਲੀ ਜਿਹੜਾ ਵਾ ਕਦੇ ਇਹ ਬਹੁਤ ਹੀ ਹਰਿਆ ਭਰਿਆ ਸੀ, ਪਰ ਹੁਣ ਹੌਲੀ ਹੌਲੀ ਖੁਸ਼ਕ ਖੇਤਰ ਵਿੱਚ ਬਦਲ ਰਿਹਾ ਵਾ। ਜਦੋਂ ਹੁਣ ਖੁਸ਼ਕ ਖੇਤਰ ਵਿੱਚ ਬਦਲ ਰਿਹਾ ਵਾ, ਫਿਰ ਕੀ ਹੋਊਗਾ? ਜਿਹੜੇ ਜਾਨਵਰਾਂ ਦੀਆਂ ਪ੍ਰਜਾਤੀਆਂ ਵਾ ਉਹ ਖਤਮ ਹੋਣਗੀਆਂ, ਕਿਉਂਕਿ ਜੇ ਭੇਡ ਬੱਕਰੀ ਆ ਕੀ ਖਾਂਦੀ ਆ? ਉਹ ਘਾਹ ਹੀ ਖਾਊਗੀ ਹਰਿਆ ਭਰਿਆ। ਸ਼ਤਰਮੁਰਗ ਹੋ ਗਿਆ, ਇਹ ਵੀ ਕੁਛ ਨਾ ਕੁਛ ਖਾਂਦੇ ਹੋਣਗੇ। ਜਿਰਾਫ ਹੋ ਗਿਆ, ਸ਼ੇਰ ਹੋ ਗਿਆ, ਹਾਥੀ ਹੋ ਗਿਆ। ਤੇ ਜਦੋਂ ਹਰੇ ਭਰੇ ਮੈਦਾਨ ਜਿਹੜੇ ਉੱਥੋਂ ਦੇ ਉਹੀ ਖਤਮ ਹੋ ਜਾਣਗੇ, ਹਰੀਆਂ ਭਰੀਆਂ ਜਿਹੜੀਆਂ ਉੱਥੋਂ ਦੀਆਂ ਚੀਜ਼ਾਂ ਵਾ ਜਾਂ ਉਧਰ ਦੀ ਬਨਸਪਤੀ ਆ ਉਹੀ ਖਤਮ ਹੋ ਜੂਗੀ। ਜਦੋਂ ਉਹ ਖੁਸ਼ਕ ਖੇਤਰ ਦੇ ਵਿੱਚ ਬਦਲ ਜਾਊਗਾ ਤੇ ਇਹ ਸਾਰੀਆਂ ਪ੍ਰਜਾਤੀਆਂ ਵੀ ਜਿਹੜੀਆਂ ਵਾ, ਬਹੁਤ ਸਾਰੀਆਂ ਇਹਨਾਂ ਦੇ ਵਿੱਚੋਂ ਪ੍ਰਜਾਤੀਆਂ ਲਗਭਗ ਖਤਮ ਹੋ ਚੁੱਕੀਆਂ ਵਾ। ਹੁਣ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਸਹਾਰਾ ਰੇਗਿਸਤਾਨ ਜਿਹੜਾ ਵਾ 11 ਦੇਸ਼ਾਂ ਦੇ ਵਿੱਚ ਫੈਲਿਆ ਹੋਇਆ ਵਾ, ਪਰ ਉੱਥੇ ਇੱਕ ਪੁਆਇੰਟ ਸਾਡਾ ਇਹ ਵੀ ਸਾਡੇ ਦਿਮਾਗ ਦੇ ਵਿੱਚ ਹੁਣ ਉਹ ਤੇ ਗੱਲ ਹੋ ਗਈ ਵੀ ਫੈਲਿਆ ਵਾ, ਵੀ 11 ਦੇਸ਼ਾਂ ਦੇ ਵਿੱਚ ਫੈਲਿਆ ਵਾ। ਹੁਣ ਸਾਡੇ ਦਿਮਾਗ ਦੇ ਵਿੱਚ ਇਹ ਵੀ ਆਉਣਾ ਚਾਹੀਦਾ ਵੀ ਸਹਾਰਾ ਰੇਗਿਸਤਾਨ ਜਿਹੜਾ ਵਾ ਇਹ ਸਥਿਤ ਕਿੱਥੇ ਆ? ਇਹਦੀ ਐਕਚੁਅਲ ਲੋਕੇਸ਼ਨ ਜਿਹੜੀ ਇਹਦੀ ਕਿੱਥੇ ਆ? ਅਲਜੀਜ਼ੀਆ ਖੇਤਰ ਦੇ ਤ੍ਰਿਪੋਲੀ, ਠੀਕ ਆ। ਕਿਉਂਕਿ ਆਪਾਂ ਸਹਾਰਾ ਰੇਗਿਸਤਾਨ ਬਾਰੇ ਕੀ ਪੜਿਆ ਵੀ ਉੱਤਰੀ ਅਫਰੀਕਾ ਦਾ ਹੈਗਾ ਵਾ ਇਹ, ਤੇ ਦੁਨੀਆ ਦਾ ਸਭ ਤੋਂ ਵੱਡਾ ਰੇਗਿਸਤਾਨ ਆ। ਅਲਜੀਜ਼ੀਆ ਕਿਹੜੇ ਕੰਟੀਨੈਂਟ ਦੀ ਕੰਟਰੀ ਆ? ਅਫਰੀਕਾ ਦੀ, ਠੀਕ ਆ। ਅਫਰੀਕਾ ਦੀ। ਤੇ ਲੀਬੀਆ, ਜਿਹੜੇ 11 ਦੇਸ਼ ਮੈਂ ਤੁਹਾਨੂੰ ਕਰਾਏ, 11 ਦੇਸ਼ ਅਫਰੀਕਾ ਕੰਟੀਨੈਂਟ ਦੇ ਦੇਸ਼ ਆ। ਇਸੇ ਹੀ ਕਰਕੇ ਤੋਂ ਉਹਨਾਂ ਦੇ ਨਾਮ ਆਊਟਵਰਡ ਜੇ ਤੁਹਾਨੂੰ ਲੱਗਦੇ ਆ, ਕਿਉਂਕਿ ਉਹ ਅਫਰੀਕਾ ਕੰਟੀਨੈਂਟ ਦੇ ਦੇਸ਼ ਆ, ਠੀਕ ਆ। ਤੇ ਅਲਜੀਜ਼ੀਆ ਦਾ ਤ੍ਰਿਪੋਲੀ ਤੇ ਲੀਬੀਆ ਦਾ ਦੱਖਣੀ ਭਾਗ ਜਿਹੜਾ ਵਾ ਇੱਥੇ ਸਥਿਤ ਆ। ਲੀਬੀਆ ਦਾ ਇਹ ਯਾਦ ਰੱਖਿਓ, ਮੋਸਟ ਇੰਪੋਰਟੈਂਟ ਆ, ਪੁੱਛਿਆ ਜਾ ਸਕਦਾ ਕਿ ਸਹਾਰਾ ਰੇਗਿਸਤਾਨ ਕਿੱਥੇ ਸਥਿਤ ਆ? ਅਲਜੀਜ਼ੀਆ ਦੇ ਤ੍ਰਿਪੋਲੀ ਤੇ ਲੀਬੀਆ ਦੇ ਵਿੱਚ ਦੱਖਣੀ ਭਾਗ, ਠੀਕ ਆ। ਜਿਨ੍ਹਾਂ ਨੇ ਸੀਟੈਟ ਦਾ ਪੇਪਰ ਦੇਣਾ, ਤ੍ਰਿਪੋਲੀ ਏਦਾਂ ਕਰਕੇ ਇਹਨਾਂ ਨੇ ਲਿਖਿਆ ਹੋਊਗਾ, ਠੀਕ ਆ। ਏਦਾਂ ਕਰਕੇ ਤ੍ਰਿਪੋਲੀ ਐਵੇਂ ਕਰਕੇ ਇਹਨਾਂ ਨੇ ਲਿਖਿਆ ਹੋਊਗਾ, ਯਾਦ ਰੱਖਿਓ, ਠੀਕ ਆ। ਬਹੁਤ ਸਾਰੇ ਸ਼ਬਦਾਂ ਦੀ ਪੰਜਾਬੀ ਮੈਂ ਬਹੁਤ ਹੀ ਸੋਹਣੇ ਤਰੀਕੇ ਨਾਲ ਦੱਸਦੀ ਹੁੰਦੀ ਆ, ਕਿਉਂਕਿ ਜਿਹੜੇ ਆਪਣੇ ਪੰਜਾਬ ਵਾਲਿਆਂ ਨੇ ਸੀਟੈਟ ਦਾ ਪੇਪਰ ਦੇਣਾ, ਬਹੁਤ ਸਾਰੇ ਹਿੰਦੀ ਦੇ ਸ਼ਬਦ ਏਦਾਂ ਦੇ ਆਉਂਦੇ ਆ ਜਿਹੜੇ ਕਿ ਸਾਨੂੰ ਪਤਾ ਹੀ ਨਹੀਂ ਹੁੰਦੇ ਵੀ ਲਿਖਿਆ ਕੀ ਆ, ਠੀਕ ਆ। ਅਲਜੀਜ਼ੀਆ ਖੇਤਰ ਦੇ ਵਿੱਚ ਤ੍ਰਿਪੋਲੀ ਤੇ ਲੀਬੀਆ ਦਾ ਦੱਖਣੀ ਭਾਗ ਸਥਿਤ ਆ। ਕਹਿੰਦੇ ਵੀ ਖੁਸ਼ਕ ਹੋ ਗਿਆ, ਹੁਣ ਜਿੱਦਾਂ ਮੈਂ ਦੱਸਿਆ ਨਾ ਵੀ ਹੌਲੀ ਹੌਲੀ ਖੁਸ਼ਕ ਖੇਤਰ ਦੇ ਵਿੱਚ ਇਹ ਬਦਲ ਰਿਹਾ। 1922 ਦੇ ਵਿੱਚ ਕਹਿੰਦੇ 57.7 ਡਿਗਰੀ ਸੈਲਸੀਅਸ ਤਾਪਮਾਨ ਰਿਕਾਰਡ ਕੀਤਾ ਗਿਆ ਸੀ। ਹੁਣ ਤੁਸੀਂ ਸੋਚੋ ਵੀ ਕਿੰਨੇ ਜ਼ਿਆਦਾ ਗਰਮ ਹੋ ਚੁੱਕਾ ਵਾ। ਸੋ ਇਹ ਸੀ ਸਾਰੀ ਦੀ ਸਾਰੀ ਨੌਲੇਜ ਸਹਾਰਾ ਰੇਗਿਸਤਾਨ ਦੇ ਬਾਰੇ। ਹੁਣ ਅਸੀਂ ਇੱਥੋਂ ਦੀ ਬਨਸਪਤੀ ਦੀ ਗੱਲ ਕਰਾਂਗੇ, ਇੱਥੋਂ ਦੇ ਲੋਕਾਂ ਬਾਰੇ ਦੀ ਆਪਾਂ ਗੱਲ ਕਰਦੇ ਹਾਂ। ਜਦੋਂ ਆਪਾਂ ਬਨਸਪਤੀ ਦੀ ਗੱਲ ਕਰਦੇ ਹਾਂ ਜਾਂ ਜਦੋਂ ਅਸੀਂ ਇੱਥੋਂ ਦੀ ਜਲਵਾਯੂ ਦੀ ਗੱਲ ਕਰਦੇ ਹਾਂ, ਤਾਂ ਇੱਥੋਂ ਦੀ ਜਿਹੜੀ ਜਲਵਾਯੂ ਆ ਬਹੁਤ ਹੀ ਜ਼ਿਆਦਾ ਗਰਮ ਅਤੇ ਖੁਸ਼ਕ ਆ। ਤੇ ਕਹਿੰਦੇ ਕਿ ਆਕਾਸ਼ ਦੇ ਵਿੱਚ ਬੱਦਲ, ਜਿਹੜਾ ਆਕਾਸ਼ ਆ ਉਹ ਬੱਦਲ ਰਹਿਤ ਹੁੰਦਾ ਵਾ, ਯਾਨੀ ਕਿ ਬਿਲਕੁਲ ਬੱਦਲ ਜਿਹੜੇ ਆ ਉਹ ਨਹੀਂ ਇੱਥੇ ਦਿਖਾਈ ਦਿੰਦੇ। ਕਿੱਥੇ? ਸਹਾਰਾ ਰੇਗਿਸਤਾਨ ਦੇ ਵਿੱਚ, ਕਿਉਂਕਿ ਇੱਥੋਂ ਦੀ ਜਲਵਾਯੂ ਜਿਹੜੀ ਬਹੁਤ ਹੀ ਜ਼ਿਆਦਾ ਗਰਮ ਅਤੇ ਖੁਸ਼ਕ ਆ। ਨਮੀ ਤੇਜ਼ੀ ਨਾਲ ਵਾਸ਼ਪੀਕਰਨ ਹੋ ਜਾਂਦੀ। ਕਿਉਂ? ਨਮੀ ਜਿਹੜੀ ਆ ਉਹ ਤੇਜ਼ੀ ਨਾਲ, ਮੰਨ ਲਓ ਮਤਲਬ ਉਹਦੇ ਸਮਤਲ ਹਿੱਸੇ ਤੇ ਉਹਦੀ ਜ਼ਮੀਨ ਤੇ ਜਿਹੜੀ ਨਮੀ ਆ ਉਹ ਜਲਦੀ ਜਿਹੜੀ ਆ ਵਾਸ਼ਪੀਕਰਨ ਹੋ ਕੇ ਭਾਫ ਬਣ ਕੇ ਉੱਡ ਜੂਗੀ। ਕਿਉਂ? ਕਿਉਂਕਿ ਗਰਮੀ ਜ਼ਿਆਦੇ ਆ,
ਉੱਥੋਂ ਦੀ ਜਿਹੜੀ ਜ਼ਮੀਨ ਆ ਉਹ ਨਮੀ ਨੂੰ ਆਪਣੇ ਵਿੱਚ ਸਮਾ ਹੀ ਨਹੀਂ ਸਕਦੀ। ਕਿਉਂ? ਰੀਜ਼ਨ ਕੀ ਹੈ? ਕਿਉਂਕਿ ਗਰਮੀ ਜ਼ਿਆਦੇ ਆ। ਠੀਕ ਆ। ਉਸ ਤੋਂ ਬਾਅਦ ਕਹਿੰਦੇ ਆ ਵੀ ਦਿਨ ਵੇਲੇ ਜ਼ਿਆਦਾ ਗਰਮ, ਦਿਨ ਵੇਲੇ ਸਹਾਰਾ ਰੇਗਿਸਤਾਨ ਜ਼ਿਆਦਾ ਗਰਮ ਹੁੰਦਾ, ਮਤਲਬ ਆਪਾਂ ਪੈਰ ਰੱਖਾਂਗੇ ਨਾ, ਨੰਗੇ ਪੈਰ ਤੁਰਾਂਗੇ ਤੇ ਆਪਣੇ ਪੈਰ ਸੜਨ ਤੱਕ ਜਾਣਗੇ। ਠੀਕ ਆ। ਪਰ ਉਹੋ ਹੀ ਜ਼ਮੀਨ ਰਾਤ ਵੇਲੇ ਨੰਗੇ ਪੈਰ ਤੁਰਾਂਗੇ ਤੇ ਪੈਰ ਆਪਣੇ ਸੁੰਨ ਹੋ ਜਾਣਗੇ। ਹੁਣ ਰੀਜ਼ਨ ਕੀ ਆ? ਬਸ ਰੀਜ਼ਨ ਇਹ ਆ ਕਿ ਦਿਨ ਵੇਲੇ ਜਿਹੜਾ ਵਾ ਸਹਾਰਾ ਰੇਗਿਸਤਾਨ ਬਹੁਤ ਜ਼ਿਆਦਾ ਗਰਮ ਹੋ ਜਾਂਦਾ ਵਾ ਤੇ ਰਾਤ ਵੇਲੇ ਇਹ ਠੰਡਾ ਹੋ ਜਾਂਦਾ ਵਾ। ਠੀਕ ਆ। ਤੇ ਜਦੋਂ ਇਹ ਦਿਨ ਵੇਲੇ ਗਰਮ ਹੁੰਦਾ ਵਾ ਤੇ 50 ਡਿਗਰੀ ਸੈਲਸੀਅਸ ਤਾਪਮਾਨ ਚਲਾ ਜਾਂਦਾ ਵਾ, 50 ਡਿਗਰੀ ਸੈਲਸੀਅਸ ਤਾਪਮਾਨ ਚਲਾ ਜਾਂਦਾ ਵਾ। ਤੇ ਵੇਖੋ ਕਿੱਡੀ ਪਰਮਾਤਮਾ ਦਾ ਕ੍ਰਿਸ਼ਮਾ ਹੀ ਆ, ਹਨਾ। ਤੇ ਰਾਤ ਵੇਲੇ ਜਦੋਂ ਠੰਡਾ ਹੁੰਦਾ ਵਾ ਤੇ 0 ਡਿਗਰੀ ਸੈਲਸੀਅਸ ਤੇ ਤਾਪਮਾਨ ਚਲਾ ਜਾਂਦਾ, ਦੇਖੋ, ਹਨਾ। ਬਹੁਤਾ ਜ਼ਿਆਦਾ ਗਰਮ ਦਿਨੇ ਤੇ ਬਹੁਤਾ ਜ਼ਿਆਦਾ ਠੰਡਾ ਦਿਨੇ। ਠੀਕ ਆ। ਇਹ ਆ ਇੱਕ ਰੌਚਕ ਤੱਥ ਸਹਾਰਾ ਰੇਗਿਸਤਾਨ ਦੇ ਬਾਰੇ। ਠੀਕ ਹੈ। ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਇੱਥੋਂ ਦੀ ਬਨਸਪਤੀ ਦੇ ਬਾਰੇ। ਠੀਕ ਆ। ਕੈਕਟਸ। ਠੀਕ ਆ। ਜਿਹੜੀ ਇਹਦੀ ਕੈਕਟਸ ਪਤਾ ਕਿਵੇਂ ਦੇ ਹੁੰਦੇ ਆ? ਮੈਂ ਤੁਹਾਨੂੰ ਕਿਵੇਂ ਦੱਸਾਂ, ਮਤਲਬ ਐਵੇਂ ਜੇ ਕਰਕੇ ਨਾ, ਐਵੇਂ ਜੇ ਹੁੰਦੇ ਆ ਧਰਤੀ ਦੇ ਵਿੱਚ ਉੱਗੇ ਐ ਜੇ, ਤੇ ਇਹਨਾਂ ਦੇ ਬੰਨੇ ਬੰਨੇ ਇੰਜ 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 ਕੰਡੇ ਜਿਹੇ ਹੁੰਦੇ, ਇੰਜ ਇੰਜ ਕੰਡੇ ਜਿਹੇ। ਠੀਕ ਹੈ। ਇੰਜ ਇੰਜ ਕੰਡੇ ਜਿਹੇ ਹੁੰਦੇ, ਉਹ ਕੈਕਟਸ ਹੁੰਦਾ ਵਾ। ਕੰਡੇਦਾਰ ਜੀਆਂ ਝਾੜੀਆਂ ਵਾਂਗੂ ਹੁੰਦਾ ਵਾ ਇਹ ਕੈਕਟਸ। ਜਿਹੜਾ ਵਾ ਇਹ ਸੀਟੈਟ ਦੇ ਪੇਪਰ ਵਿੱਚ ਪੁੱਛਿਆ ਗਿਆ ਸੀ। ਕੈਕਟਸ ਇਹਦਾ ਇੰਪੋਰਟੈਂਟ ਆ। ਜਿਹੜੀ ਇਹਦੀ ਬਨਸਪਤੀ ਆ ਕੈਕਟਸ, ਖਜੂਰ, ਅਕੇਸ਼ੀਆ, ਇਹ ਜਿਹੜੇ ਆ ਤਿੰਨ ਇਹਦੀ ਮੇਨ ਬਨਸਪਤੀ ਆ ਜਿਹੜੀ ਕਿ ਖੁਸ਼ਕ ਥਾਵਾਂ ਤੇ ਹੁੰਦੀ ਆ। ਇਹ ਇਸੇ ਹੀ ਕਰਕੇ ਜਿਹੜੀਆਂ ਕੰਡੇਦਾਰ ਝਾੜੀਆਂ ਹੁੰਦੀਆਂ ਉਹਨਾਂ ਦੇ ਵਿੱਚ ਹੀ ਆਉਂਦੇ ਆ, ਕੈਕਟਸ, ਖਜੂਰ ਤੇ ਅਕੇਸ਼ੀਆ। ਉਸ ਤੋਂ ਬਾਅਦ ਨਾ ਆ ਹਿੰਦੀ ਦੇ ਵਿੱਚ ਹੀ ਮੈਂ ਲਿਖਤਾ, ਮੈਨੂੰ ਇਹਦੀ ਪੰਜਾਬੀ, ਕਿਉਂਕਿ ਜਿਹੜੇ ਸ਼ਬਦ ਨੇ ਮੈਨੂੰ ਨਹੀਂ ਪਤਾ ਤੇ ਮੈਂ ਗਲਤ ਕਿਉਂ ਕਰਾਵਾਂ। ਠੀਕ ਆ। ਮਾਰੂਧਾਨ ਖਜੂਰ, ਕਹਿੰਦੇ ਮਾਰੂਧਾਨ ਖਜੂਰ ਵਾਲੇ ਦੀਪ ਇੱਥੇ ਜਿਹੜੇ ਨੇ ਮਿਲਦੇ ਨੇ। ਕੁਛ ਇਸ ਤਰੀਕੇ ਦੇ ਨਾਲ ਤੁਸੀਂ ਇਹਨੂੰ ਯਾਦ ਰੱਖ ਲਿਓ। ਵੈਸੇ ਤਾਂ ਕੈਕਟਸ ਸਾਡੇ ਲਈ ਇੰਪੋਰਟੈਂਟ ਆ ਕਿਉਂਕਿ ਪੁੱਛਿਆ ਗਿਆ ਆ ਪੇਪਰ ਦੇ ਵਿੱਚ। ਸੋ ਜਿਹੜੀ ਚੀਜ਼ ਪੁੱਛੀ ਗਈ ਹੋਏ ਪ੍ਰੀਵੀਅਸ ਪੇਪਰ ਦੇ ਵਿੱਚ ਉਹ ਚੀਜ਼ ਕੀ ਬਣ ਜਾਂਦੀ ਆ? ਇੰਪੋਰਟੈਂਟ ਬਣ ਜਾਂਦੀ ਆ। ਠੀਕ ਆ। ਉਸ ਤੋਂ ਬਾਅਦ ਊਠ। ਊਠ ਤਾਂ ਹੋਣਗੇ, ਰੇਗਿਸਤਾਨ ਇਲਾਕਾ ਵਾ, ਊਠ ਤਾਂ ਹੋਊਗਾ ਹੀ ਹੋਊਗਾ। ਠੀਕ ਆ। ਊਠ ਹੋ ਗਿਆ, ਲੱਕੜ ਬੱਗਾ, ਸਿਆਰ, ਲੂੰਮੜੀ, ਠੀਕ ਆ, ਬਿੱਛੂ, ਸੱਪਾਂ ਅਤੇ ਛਿਪਕਲੀਆਂ ਦੀਆਂ ਜਾਤੀਆਂ। ਅੱਛਾ ਵੀ ਮੈਂ ਨਾ ਇੱਕ ਚੀਜ਼ ਤੇ ਬੜੀ ਕਨਫਿਊਜ਼ ਹੁੰਦੀ ਆ, ਮੈਨੂੰ ਨਾ ਅੱਜ ਤੱਕ ਇਹ ਨਹੀਂ ਪਤਾ ਲੱਗਾ ਵੀ ਲੂੰਬੜੀ ਹੁੰਦੀ ਆ ਕਿ ਲੂੰਬੜੀ ਹੁੰਦੀ ਆ। ਕਮੈਂਟ ਕਰਕੇ ਦੱਸਿਓ। ਠੀਕ ਆ। ਲੂੰਬੜੀ ਹੁੰਦੀ ਆ ਕਿ ਲੂੰਬੜੀ ਹੁੰਦੀ ਆ? ਠੀਕ ਆ। ਕਮੈਂਟ ਕਰਕੇ ਦੱਸਿਓ। ਮੈਂ ਵੈਸੇ ਇੱਥੇ ਲੋਮੜੀ ਲਿਖਤਾ। ਠੀਕ ਹੈ। ਲੱਕੜ ਬੱਗਾ, ਸ਼ਿਆਰ, ਲੋਮੜੀ, ਬਿੱਛੂ, ਸੱਪਾਂ ਦੀਆਂ ਪ੍ਰਜਾਤੀਆਂ ਮਿਲਦੀਆਂ। ਹੁਣ ਜਿਹੜਾ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਗਈ ਸੀ, ਜਦੋਂ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਗਈ ਸੀ ਉੱਥੇ ਆਪਾਂ ਕੀਤਾ ਸੀਗਾ ਹਾਥੀ, ਹਨਾ। ਇੱਕ ਤੇ ਆਪਾਂ ਕੀਤਾ ਸੀਗਾ ਵੀ ਇੱਥੇ ਹਾਥੀ ਪਾਏ ਜਾਂਦੇ, ਸ਼ੇਰ, ਜਿਰਾਫ ਤੇ ਸ਼ਤਰਮੁਰਗ ਪਾਏ ਜਾਂਦੇ ਆ, ਹਨਾ। ਉਹ ਸੀ ਜਿਹੜੇ ਇੱਥੇ ਜਾਨਵਰ ਪਾਏ ਜਾਂਦੇ ਆ। ਪਰ ਇਹ ਕੀ ਆ ਵੀ ਇੱਥੇ ਊਠ, ਲੱਕੜ ਬੱਗਾ, ਸ਼ਿਆਰ, ਲੋਮੜੀ, ਬਿੱਛੂ, ਸੱਪਾਂ ਦੀਆਂ ਪ੍ਰਜਾਤੀਆਂ ਤੇ ਛਿਪਕਲੀਆਂ ਦੀਆਂ ਜਾਤੀਆਂ ਪਾਈਆਂ ਜਾਂਦੀਆਂ। ਹੁਣ ਛਿਪਕਲੀਆਂ ਕੀ ਹੁੰਦੀਆਂ ਸਾਡੇ ਮਾਝੇ ਦੇ ਵਿੱਚ, ਤੇ ਅਸੀਂ ਇਹਨੂੰ ਕੋੜ ਕਿਰਲੀਆਂ ਕਹਿੰਦੇ ਆ। ਹੁਣ ਤੁਹਾਡੇ ਇਲਾਕੇ 'ਚ ਜੋ ਵੀ ਕਹਿੰਦੇ ਆ ਤੁਸੀਂ ਉਸ ਹਿਸਾਬ ਦੇ ਨਾਲ ਮੰਨ ਕੇ ਚੱਲਿਓ। ਛਿਪਕਲੀਆਂ ਦੀਆਂ ਪ੍ਰਜਾਤੀਆਂ ਜਿਹੜੀਆਂ ਪਾਈਆਂ ਜਾਂਦੀਆਂ ਵਾ। ਠੀਕ ਆ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਇੱਥੋਂ ਦੇ ਲੋਕਾਂ ਦੇ ਬਾਰੇ। ਠੀਕ ਆ। ਇੱਥੇ ਜਿਹੜੀਆਂ ਜਾਤੀਆਂ ਪਾਈਆਂ ਜਾਂਦੀਆਂ ਵਾ ਸਹਾਰਾ ਰੇਗਿਸਤਾਨ ਦੇ ਵਿੱਚ, ਠੀਕ ਆ, ਬੇਦੂਈਨ, ਠੀਕ ਆ, ਤੁਆਰੋਗ ਤੇ ਚਲਵਾਸੀ। ਠੀਕ ਹੈ। ਇਹ ਤਿੰਨ ਤਰ੍ਹਾਂ ਦੀਆਂ ਜਾਤੀਆਂ ਜਿਹੜੀਆਂ ਵਾ ਪਾਈਆਂ ਜਾਂਦੀਆਂ ਵਾ ਰੇਗਿਸਤਾਨ, ਸਹਾਰਾ ਰੇਗਿਸਤਾਨ ਦੇ ਵਿੱਚ। ਜਿਹੜੀ ਚਲਵਾਸੀ ਜਾਤੀ ਆ ਇਹ ਪੁੱਛੀ ਗਈ ਸੀ ਸੀਟੈਟ ਦੇ ਪੇਪਰ ਵਿੱਚ। ਕਿਉਂ ਇੰਪੋਰਟੈਂਟ ਆ? ਕਿਉਂਕਿ ਜਿਹੜੇ ਚਲਵਾਸੀ ਜਨਜਾਤੀ ਦੇ ਲੋਕ ਆ, ਠੀਕ ਆ, ਇਹ ਜਾਨਵਰ ਪਾਲਦੇ ਆ। ਠੀਕ ਆ। ਕਿਹੜੇ ਕਿਹੜੇ? ਬੱਕਰੀ ਹੋ ਗਿਆ, ਭੇਡ, ਊਠ ਤੇ ਘੋੜੇ, ਇਹ ਜਾਨਵਰ ਇਹ ਪਾਲਦੇ ਆ। ਇਹਨਾਂ ਤੋਂ ਇੱਕ ਤਾਂ ਇਹ ਦੁੱਧ ਪ੍ਰਾਪਤ ਕਰਦੇ ਆ। ਠੀਕ ਆ। ਇਹਨਾਂ ਦੀ ਖੱਲ ਤੋਂ ਇਹ ਜੁੱਤੀਆਂ ਬਣਾਉਂਦੇ ਆ, ਪਾਣੀ ਦੀਆਂ ਬੋਤਲਾਂ, ਚਟਾਈ ਕੀ ਹੁੰਦੀ ਆ, ਚਾਦਰ, ਦਰੀਆਂ ਵਗੈਰਾ, ਕੱਪੜੇ, ਕੰਬਲ, ਇਹ ਸਾਰੀਆਂ ਲੋੜਾਂ ਇਹ ਆਪਣੀਆਂ ਇਹਨਾਂ ਜਾਨਵਰਾਂ ਨੂੰ ਪਾਲ ਕੇ ਇਹਨਾਂ ਜਾਨਵਰਾਂ ਤੋਂ ਪੂਰੀਆਂ ਕਰਦੇ ਆ। ਠੀਕ ਆ। ਗਰਮ ਜਲਵਾਯੂ ਤੋਂ ਬਚਣ ਲਈ, ਕਿਉਂਕਿ ਹੁਣ ਸਾਰਾ ਰੇਗਿਸਤਾਨ ਗਰਮ ਆ, ਜਦੋਂ ਗਰਮ ਆ ਤਾਂ ਉੱਥੇ ਬਹੁਤ ਹੀ ਜ਼ਿਆਦੀਆਂ ਗਰਮ ਹਵਾਵਾਂ ਚੱਲਦੀਆਂ। ਉਹਨਾਂ ਗਰਮ ਜਲਵਾਯੂ ਤੋਂ ਬਚਣ ਲਈ, ਠੀਕ ਆ, ਇਹ ਕੀ ਕਰਦੇ ਆ?
भारी कपड़े पाउंदे आ, ठीक है, भारी कपड़े पाउंदे आ। सब तो इंपॉर्टेंट चीज आ वाली एक मैं तुहानू मित्र आ देश दस्सिया सी ना, जिहड़ा 11 मतलब कि सहारा जिहड़ा 11 देशां नूं कवर करदा, ओहदे विच एक आ कंट्री आउंदी है। इत्थे कहिंदे आ कि इस देश विच नील नदी घाटी दे लोकां नूं पानी उपलब्ध करवाउंदी आ। कहंदे सहारा रेगिस्तान दी मदद दे नाल ही जिहड़ा इह देश आ, इत्थे जिहड़ी नील नदी घाटी आ, ओह लोकां नूं पानी दी उपलब्धता करवाउंदी आ, जिस करके इत्थों दे लोक खजूरां दी खेती करदे आ, चावल ते कणक ते सेम बीज सेम जिहड़े आ उन्हां दी खेती करदे आ, ते इत्थे कपाह दी खेती भी हुंदी आ। ते कहंदे इत्थों दी कपाह जिहड़ी आ पूरे विश्व दे विच प्रसिद्ध आ। ठीक आ, इन्हां सारे पॉइंटां नूं तुसीं याद रखियो। चलवासी जिहड़ी इहदी जनजाति आ ओहनूं तुसीं मोटे तौर ते याद रखना। फिर ये कहंदे आ कि जिहड़ा सहारा रेगिस्तान आ, इहदी संस्कृति विच परिवर्तन आ रिहा। किवें परिवर्तन आ रिहा? क्योंकि कहंदे आ कि इत्थे उच्चियां मस्जिदां बन रहीआं, मस्जिदां जिहड़ियां हुंदियां वा, ठीक है, उच्चियां मस्जिदां जिहड़ियां ओह बन रहीआं वा, ते कच दीआं खिड़कियां वाले इत्थे भवन बन रहे आ। ठीक है, ये सारे दे सारे पॉइंट इंपॉर्टेंट आ। ठीक है, कहंदे ऊठां दे प्राचीन मार्ग ते सुपर महामार्ग बन गए हन। ਉਹ ਮਾਰਗ ਜਿੱਥੇ ਸਮਾਨ ਦੀ ਢੋਆ ਢੁਆਈ ਲਈ ਸਹਾਰਾ ਰੇਗਿਸਤਾਨ ਦੇ ਵਿੱਚ ਊਠ ਚੱਲਦੇ ਹੁੰਦੇ ਸੀ, ਕਹਿੰਦੇ ਉਹਨਾਂ ਮਾਰਗਾਂ ਦੇ ਉੱਤੇ ਹੁਣ ਮਹਾਮਾਰਗ ਬਣ ਗਏ ਆ। ਫਿਰ ਇਹ ਕਹਿੰਦੇ ਆ ਨਮਕ ਦੇ ਵਪਾਰ ਲਈ ਊਠਾਂ ਦੀ ਥਾਂ ਕਿਹਨਾਂ ਨੇ ਲੈ ਲਈ ਆ? ਟਰੱਕਾਂ ਨੇ ਲੈ ਲਈ ਆ। ਯਾਨੀ ਕਿ ਊਠ ਢੋਆ ਢੁਆਈ ਲਈ ਵਰਤੇ ਜਾਂਦੇ ਸੀ, ਨਮਕ ਢੋਣ ਵਾਸਤੇ ਜਿਹੜੇ ਸੀ, ਲੂਣ ਢੋਣ ਵਾਸਤੇ ਜਿਹੜੇ ਸੀਗੇ ਊਠ ਵਰਤੇ ਜਾਂਦੇ ਸੀ। ਪਰ ਹੁਣ ਇਸ ਵਪਾਰ ਲਈ ਊਠਾਂ ਦੀ ਥਾਂ ਕੀ ਆ ਗਏ ਨੇ? ਟਰੱਕ ਆ ਗਏ ਨੇ। ਟਰੱਕ ਕਿਉਂ ਆ ਗਏ ਨੇ? ਕਿਉਂਕਿ ਸੜਕਾਂ ਬਣ ਗਈਆਂ ਨੇ। ਪਹਿਲਾਂ ਤਾਂ ਸੜਕਾਂ ਨਹੀਂ ਸੀ ਬਣੀਆਂ ਨਾ। ਠੀਕ ਆ, ਫਿਰ ਉਹ ਕਹਿੰਦੇ ਆ ਜਿਹੜੀਆਂ ਮੈਂ ਤੁਹਾਨੂੰ 3 ਜਾਤੀਆਂ ਕਰੀਆਂ, ਬੇਦੂਆਨ, ਤੁਆਰੋਗ ਤੇ ਚਲਵਾਸੀ, 3 ਜਨਜਾਤੀਆਂ ਇੱਥੋਂ ਦੀਆਂ ਮੈਂ ਤੁਹਾਨੂੰ ਕਰਾਈਆਂ। ਯਾਦ ਰੱਖਿਓ ਇਹਨਾਂ ਦੇ ਬਾਰੇ। ਤੁਆਰੋਗ ਜਨਜਾਤੀ ਜਿਹੜੀ ਆ, ਜਿਹੜੇ ਲੋਕ ਵਿਦੇਸ਼ੀ ਆਉਂਦੇ ਆ ਨਾ ਇੱਥੇ, ਕਿੱਥੇ? ਸਹਾਰਾ ਰੇਗਿਸਤਾਨ ਦੇ ਵਿੱਚ, ਉਹਨਾਂ ਲਈ ਮਾਰਗਦਰਸ਼ਕ ਦਾ ਕੰਮ ਕਰਦੇ ਆ। ਪੁੱਛਿਆ ਜਾ ਸਕਦਾ ਵਾ ਕਿ ਸਹਾਰਾ ਰੇਗਿਸਤਾਨ ਦੀ ਕਿਹੜੀ ਜਨਜਾਤੀ ਜਿਹੜੀ ਆ ਬਾਹਰੋਂ ਆਉਣ ਵਾਲੇ ਜਿਹੜੇ ਆਪਣੇ ਹੁੰਦੇ ਆ, ਕਿ ਬਾਹਰੋਂ ਆਉਣ ਵਾਲੇ ਜਿਹੜੇ ਵਿਦੇਸ਼ੀ ਆ ਉਹਨਾਂ ਲਈ ਮਾਰਗਦਰਸ਼ਕ ਦਾ ਕੰਮ ਕਰਦੀ ਆ। ਯਾਦ ਰੱਖਣਾ, ਤੁਆਰੋਗ ਜਨਜਾਤੀ। ਤੇ ਜੇ ਪੁੱਛਿਆ ਜਾਵੇ ਚੱਲਵਾਸੀ ਜਨਜਾਤੀ, ਜਿਹੜੀ ਚੱਲਵਾਸੀ ਜਨਜਾਤੀ ਆ ਇਹ ਸ਼ਹਿਰਾਂ ਵੱਲ ਜਾ ਰਹੀ ਆ। ਕਿਉਂ? ਗੈਸ ਦੇ ਕੰਮ ਲੱਭਣ ਵਾਸਤੇ ਜਾਂ ਨੌਕਰੀ ਲੱਭਣ ਵਾਸਤੇ। ਇਹ 2 ਪੁਆਇੰਟ ਇਹਨਾਂ ਨੇ ਇਹਦੇ ਵਿੱਚ ਦੱਸੇ ਆ। ਠੀਕ ਹੈ, ਉਸ ਤੋਂ ਬਾਅਦ ਇੱਕ ਚੀਜ਼ ਹੋਰ ਆ, ਥੋੜੀ ਉਹਨਾਂ ਨੇ ਸਾਈਡ ਤੇ ਲਿਖੀ ਆ ਵੀ ਕਿਆ ਆਪ ਜਾਣते हैं, ਕਿਉਂਕਿ ਐਕਸਟਰਾ ਨੌਲੇਜ ਵੀ ਇਹ ਬਹੁਤ ਦਿੰਦੇ ਆ। ਕਹਿੰਦੇ ਕਿ ਮੰਨ ਲਓ ਬਹੁਤ ਸਾਰੀ ਤੇਜ਼ ਹਵਾ ਆਈ, ਬਹੁਤ ਸਾਰੀ ਤੇਜ਼ ਹਵਾ ਆਈ ਤੇ ਕਿਸੇ ਥਾਂ ਤੋਂ ਉਹ ਰੇਤਾ ਉਠਾ ਕੇ ਲੈ ਗਈ, ਤੇ ਕਹਿੰਦੇ ਉੱਥੇ ਕੀ ਬਣ ਜਾਂਦੇ ਆ? ਗਰਤ ਬਣ ਜਾਂਦੇ ਆ। ਹਿੰਦੀ ਦੇ ਵਿੱਚ ਏਦਾਂ ਲਿਖਿਆ ਉਹਨਾਂ ਨੇ, ਉੱਥੇ ਬਣ ਜਾਂਦੇ ਆ ਗਰਤ। ਗਰਤ ਦਾ ਮਤਲਬ ਕੀ ਹੁੰਦਾ ਵਾ? ਕਿ ਕੋਈ ਮਤਲਬ ਟੋਆ ਪੈ ਗਿਆ, ਠੀਕ ਆ, ਕੋਈ ਡੂੰਘ ਪੈ ਗਿਆ, ਹਵਾ ਆਈ, ਉੱਥੋਂ ਦੀ ਰੇਤਾ ਉਡਾ ਕੇ ਲੈ ਗਈ, ਤੇ ਕਹਿੰਦੇ ਧਰਤੀ ਦੀ ਸਤ੍ਹਾ ਦਾ ਜਿਹੜਾ ਪਾਣੀ ਆ ਬਿਲਕੁਲ ਉੱਥੇ ਆ ਜਾਂਦਾ ਵਾ ਜਿੱਥੇ ਗਰਤ ਬਣੇ ਹੁੰਦੇ ਆ। ਫਿਰ ਇੱਥੇ ਇਹਨਾਂ ਨੇ ਇੱਕ ਐਗਜ਼ਾਮਪਲ ਦਿੱਤੀ ਆ, ਕਹਿੰਦੇ ਏਦਾਂ ਹੋਇਆ। ਕਿੱਥੇ ਹੋਇਆ? ਮੋਰਾਕੋ ਦੇ ਟੈਫੀਲਾਲੇਟ ਵਿੱਚ। ਠੀਕ ਆ, ਮੋਰਾਕੋ ਦੇ ਟੈਫੀਲਾਲੇਟ ਵਿੱਚ। ਠੀਕ ਆ, ਮੋਰਾਕੋ, ਠੀਕ ਆ, ਮੋਰਾਕੋ ਦੇਸ਼ ਆ ਜਿਹੜਾ, ਮੋਰਾਕੋ ਦੇ ਵਿੱਚ ਟੈਫੀਲਾਲੇਟ। ਠੀਕ ਹੈ, ਇੱਥੇ ਮੈਂ ਲਿਖ ਦਿੰਨੀ ਆ ਟੈਫੀਲਾਲੇਟ ਜਿਹੜਾ ਵਾ, ਇੱਥੇ ਇੱਕ ਗਰਤ ਬਣਿਆ। ਕਿੰਨੇ ਵਰਗ ਕਿਲੋਮੀਟਰ ਦੇ ਵਿੱਚ ਫੈਲਿਆ? 13,000 ਵਰਗ ਕਿਲੋਮੀਟਰ ਦੇ ਵਿੱਚ ਇਹ ਫੈਲਿਆ। ਕਿਹੜਾ? ਜਿਹੜਾ ਮੋਰਾਕੋ ਦੇ ਵਿੱਚ ਗਰਤ ਬਣਿਆ ਸੀਗਾ। ਠੀਕ ਆ, ਮੋਰਾਕੋ ਦੇ ਟੈਫੀਲਾਲੇਟ ਦੇ ਵਿੱਚ ਬਣਿਆ ਸੀ ਤੇ 13,000 ਵਰਗ ਕਿਲੋਮੀਟਰ ਦੇ ਵਿੱਚ ਇਹ ਫੈਲਿਆ ਵਾ। ਇਹ ਆ ਗਰਤ ਦੇ ਬਾਰੇ ਥੋੜੀ ਨੌਲੇਜ, ਕਿਉਂਕਿ ਗਰਤ ਜਿਹੜਾ ਵਾ ਇੰਪੋਰਟੈਂਟ ਆ। ਗਰਤ ਵੀ ਪੁੱਛਿਆ ਗਿਆ ਸੀਟੈਟ ਦੇ ਵਿੱਚ। ਠੀਕ ਆ, ਕਿਉਂਕਿ ਸੀਟੈਟ ਦੇ ਵਿੱਚ ਕੋਈ ਕੁਐਸਚਨ ਬਾਹਰੋਂ ਆਉਂਦਾ ਨਹੀਂ ਆ। ਹੁਣ ਜਿਹੜੀ ਪੀਐਸਟੈਟ ਵਾਲਿਆਂ ਦੀ ਆਪਣੀ ਐਸਐਸਟੀ ਆ, ਆਪਣੇ ਪਤਾ ਹੀ ਨਹੀਂ ਕੁਐਸਚਨ ਕਿੱਥੋਂ ਪਾ ਦਿੰਦੇ ਆ। ਪਰ ਜਿਹੜੀ ਐਨਸੀਈਆਰਟੀ ਦੀ ਸੀਟੈਟ ਦੀ ਐਸਐਸਟੀ ਆ, ਉਹ ਸਾਰੀ ਉਹਨਾਂ ਨੂੰ ਉਹਨਾਂ ਦੀਆਂ ਕਿਤਾਬਾਂ ਚੋਂ ਹੀ ਆਉਂਦੀ ਹੈ। ਇਸੇ ਤੇ ਕਰਕੇ ਉਹ ਸਾਡੇ ਨਾਲੋਂ ਅੱਗੇ ਆ, ਕਿਉਂਕਿ ਸਾਡੇ ਨਾਲ ਕੀ ਹੁੰਦਾ ਵਾ? ਧੱਕਾ ਹੁੰਦਾ। ਉਹਨਾਂ ਨਾਲ ਕੋਈ ਏਦਾਂ ਦਾ ਧੱਕਾ ਨਹੀਂ ਹੁੰਦਾ। ਇਹ ਆ ਗਰਤ ਦੇ ਬਾਰੇ ਤੁਸੀਂ ਯਾਦ ਰੱਖਿਓ। ਇਹ ਸੀ ਸਾਡਾ ਸਾਰਾ ਦਾ ਸਾਰਾ ਸਹਾਰਾ ਰੇਗਿਸਤਾਨ। ਕੋਈ ਪੁਆਇੰਟ ਨਹੀਂ ਛੱਡਿਆ ਇਹਦੇ ਬਾਰੇ।
ਸਾਰਾ ਕੁਝ ਹੀ ਪੜ੍ਹਾਤਾ। ਦੇਖੋ ਸਹਾਰਾ ਰੇਗਿਸਤਾਨ ਮਤਲਬ ਕੀ ਸੀ, ਕਿਵੇਂ ਬਣਿਆ ਹਨਾ, ਤੇ ਮਤਲਬ ਇੱਥੇ ਕਿੱਥੇ ਪਾਇਆ ਜਾਂਦਾ ਵਾ, ਕਿੰਨੇ ਦੇਸ਼ਾਂ ਦੇ ਵਿੱਚ ਫੈਲਿਆ ਵਾ ਹਨਾ, ਕਿੰਨਾ ਕੁਝ ਇੱਥੋਂ ਦੀ ਬਨਸਪਤੀ ਕਿੱਦਾਂ ਦੀ ਆ, ਇੱਥੇ ਜਾਨਵਰ ਕਿਹੜੇ ਆ ਹਨਾ, ਤੇ ਇੱਥੋਂ ਦੇ ਲੋਕ ਕਿਹੜੇ, ਉਹਨਾਂ ਦੀਆਂ ਜਨਜਾਤੀਆਂ, ਉੱਥੋਂ ਦੇ ਲੋਕ ਕਿੱਦਾਂ ਰਹਿੰਦੇ ਆ, ਕੀ ਖਾਂਦੇ ਆ, ਕੀ ਪੀਂਦੇ ਆ, ਕੀ ਫਸਲਾਂ ਉਗਾਉਂਦੇ ਆ, ਕੁਝ ਨਹੀਂ ਛੱਡਿਆ। ਸਹਾਰਾ ਰੇਗਿਸਤਾਨ ਪੂਰਾ ਆਪਣਾ ਕੰਪਲੀਟ ਹੋ ਗਿਆ। ਆਪਣਾ ਲਾਸਟ ਚੈਪਟਰ ਚੱਲਦਾ ਪਿਆ, ਅਖੀਰ ਆਪਣੀ 7ਵੀਂ ਕਲਾਸ ਦੀ ਜਿਓਗ੍ਰਾਫੀ ਨਿਬੜਨ ਵਾਲੀ ਆ। ਆਖਰੀ ਚੈਪਟਰ ਕਰ ਰਹੇ ਆ, 9ਵਾਂ ਚੈਪਟਰ ਰੇਗਿਸਤਾਨ ਮੈਂ ਜੀਵਨ। 2 ਰੇਗਿਸਤਾਨ ਪੜਾਂਗੇ, ਸਹਾਰਾ ਰੇਗਿਸਤਾਨ ਤੇ ਲਦਾਖ, ਇੱਕ ਗਰਮ ਤੇ ਇੱਕ ਠੰਡਾ। ਸਹਾਰਾ ਰੇਗਿਸਤਾਨ ਆਪਣਾ ਕੰਪਲੀਟ ਹੋ ਗਿਆ, ਇਹ ਗਰਮ ਸੀ। ਇਸ ਤੋਂ ਬਾਅਦ ਇਸੇ ਹੀ ਚੈਪਟਰ ਦੇ ਵਿੱਚ ਆਉਂਦਾ ਵਾ ਲਦਾਖ, ਜਿਹੜਾ ਕਿ ਠੰਡਾ ਰੇਗਿਸਤਾਨ ਆ। ਠੀਕ ਆ, ਤੇ ਆਪਾਂ ਅਗਲੀ ਵੀਡੀਓ ਦੇ ਵਿੱਚ ਮਿਲਦੇ ਆ, ਉਹਦੇ ਵਿੱਚ ਆਪਾਂ ਕਰਾਂਗੇ ਲਦਾਖ ਦੇ ਬਾਰੇ, ਤੇ ਇਹਦੇ ਨਾਲ ਸਾਡੀ 7ਵੀਂ ਕਲਾਸ ਦੀ ਜਿਓਗ੍ਰਾਫੀ ਪੂਰੀ ਦੀ ਪੂਰੀ ਫੁੱਲੀ ਡਿਟੇਲ ਦੇ ਨਾਲ ਪੜ੍ਹਨ ਦੇ ਨਾਲ ਸਾਡੀ ਹੋ ਗਈ ਕੰਪਲੀਟ। ਤੇ ਰਹਿ ਗਿਆ ਆਪਣਾ ਲਦਾਖ ਵਾਲਾ ਪੁਆਇੰਟ, ਉਹਨੂੰ ਆਪਾਂ ਕਰਦੇ ਅਗਲੀ ਵੀਡੀਓ ਦੇ ਵਿੱਚ, ਤੇ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ। ਕਮੈਂਟ ਕਰਕੇ ਜ਼ਰੂਰ ਐਪਰੀਸ਼ੀਏਟ ਕਰਿਆ ਕਰੋ, ਕਿਉਂਕਿ ਇਹ ਮੇਰੀ ਮਿਹਨਤ ਆ। ਜੇ ਤੁਸੀਂ ਮੇਰੀਆਂ ਕਲਾਸਾਂ ਕੰਸਨਟਰੇਟ ਕਰਕੇ ਸੁਣਦੇ ਹੋ ਤੇ ਇਹ ਤੁਹਾਡੀ ਮਿਹਨਤ ਆ ਹਨਾ। ਕਮੈਂਟ ਕਰਕੇ ਜ਼ਰੂਰ ਐਪਰੀਸ਼ੀਏਟ ਕਰਿਆ ਕਰੋ, ਠੀਕ ਆ, ਤੇ ਮੈਨੂੰ ਬਹੁਤ ਵਧੀਆ ਲੱਗਦਾ ਵਾ। ਤੇ ਸ਼ੇਅਰ ਕਰ ਦਿਓ, ਠੀਕ ਆ, ਕਲਾਸ ਨੂੰ, ਕਿਉਂਕਿ ਸਾਰਿਆਂ ਦਾ ਫਾਇਦਾ ਹੋ ਸਕੇ। NCERT ਦੇ ਵਿੱਚੋਂ ਡਾਟਾ ਚੱਕ ਕੇ ਉਹਨੂੰ ਪੰਜਾਬੀ ਦੇ ਵਿੱਚ ਟਰਾਂਸਲੇਟ ਕਰਦੀ ਆ, ਠੀਕ ਆ। ਮਿਹਨਤ ਤੁਹਾਡੇ ਸਾਹਮਣੇ ਆ, ਹੁਣ ਮੈਂ ਬੋਲ ਬੋਲ ਕੇ ਵੀ ਕਿੰਨਾ ਕੁ ਦੱਸਾਂ ਹਨਾ, ਤੇ ਤੁਹਾਡਾ ਆਪ ਹੀ ਫਰਜ਼ ਬਣਦਾ ਵਾ ਕਿ ਤੁਸੀਂ ਕਲਾਸ ਨੂੰ ਸ਼ੇਅਰ ਕਰ ਦਿਆ ਕਰੋ, ਠੀਕ ਆ, ਤਾਂ ਕਿ ਜਿਹੜੇ ਬੱਚੇ ਸੀਟੈਟ ਦਾ ਪੇਪਰ ਦੇਣ ਜਾ ਰਹੇ ਆ ਉਹਨਾਂ ਲਈ ਵੀ, ਉਹਨਾਂ ਦੀ ਵੀ ਹੈਲਪ ਹੋ ਸਕੇ। ਤੇ PSET ਵਾਲਿਆਂ ਲਈ ਤੇ ਜ਼ਰੂਰੀ ਹੈਗਾ ਹੀ ਹੈਗਾ ਸਾਰਾ ਕੰਟੈਂਟ, ਠੀਕ ਆ। ਤੇ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ, ਤੇ ਕਰਾਂਗੇ ਆਪਾਂ ਲਦਾਖ ਦੇ ਬਾਰੇ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।